ਸਤਿ ਸ਼੍ਰੀ ਅਕਾਲ ਜੀ। ਮੈਂ ਸਿਮਰਨਜੀਤ ਕੌਰ, ਨਾਮਧਾਰੀ ਮੀਡੀਆ ਇੰਡੀਆ ਵਿੱਚ ਆਪ ਜੀ ਦਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਸ਼੍ਰੀ ਭੈਣੀ ਸਾਹਿਬ ਔਰ ਆਪਾਂ ਰੂਬਰੂ ਹੋਣ ਜਾ ਰਹੇ ਹਾਂ ਮਾਤਾ ਸ਼੍ਰੀ ਹਰਜੀਤ ਕੌਰ ਜੀ ਦੇ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਧ ਸੰਗਤ ਜੀ, ਸਤਿਗੁਰੂ ਜਗਜੀਤ ਸਿੰਘ ਜੀ ਦੇ ਗੁਣ ਤੇ ਅਸੀਂ ਦੱਸ ਹੀ ਨਹੀਂ ਸਕਦੇ। ਉਹਨਾਂ ਨੇ ਸਾਡੇ ਉੱਤੇ ਕਿੰਨੇ ਉਪਕਾਰ ਕੀਤੇ। ਤੇ ਮੈਂ ਆਪ ਜੀ ਨਾਲ ਇੱਕ ਸਾਖੀ ਸਾਂਝੀ ਕਰਾਂਗੀ। 84 ਦੀ ਗੱਲ ਹੈ। ਉਦੋਂ ਮੇਰੇ ਹਸਬੈਂਡ ਦੀ ਡਿਊਟੀ ਪਾਤਸ਼ਾਹ ਜੀ ਨੇ ਉੱਥੇ ਨਾਮਧਾਰੀ ਧਰਮਸ਼ਾਲਾ ਅੰਮ੍ਰਿਤਸਰ ਵਿੱਚ ਸੀ ਤੇ ਉਹਨਾਂ ਦਿਨਾਂ 'ਚ ਆਤੰਕਵਾਦ ਦਾ ਬਹੁਤ ਜ਼ਿਆਦਾ ਜ਼ੋਰ ਸੀ। ਤੇ ਮੇਰੇ ਪੇਕੇ ਸਰਸੇ ਜ਼ਿਲ੍ਹਾ 'ਚ ਰਹਿੰਦੇ ਸੀ। ਤੇ ਜਦੋਂ 84 ਵਾਲਾ ਇਹ ਕਾਂਡ ਹੋਇਆ ਤੇ ਉਸ ਤੋਂ ਬਾਅਦ ਮੈਂ ਜਦੋਂ ਖੁੱਲ੍ਹਿਆ ਸਾਰਾ ਕਰਫਿਊ ਵਗੈਰਾ ਤੇ ਮੇਰੇ 3 ਬੱਚੇ ਸੀ ਛੋਟੇ ਛੋਟੇ। ਛੋਟੀ ਵਾਲੀ ਮੇਰੀ ਬੇਟੀ 84 ਦੀ ਬੋਰਨ ਹੈ। ਤੇ ਮੈਂ ਆਪਣੇ ਪੇਕੇ ਗਈ ਤੇ ਉੱਥੇ ਗਈ। ਜਿੱਦਾਂ ਮੈਂ ਸ਼ਾਮ ਨੂੰ ਪਹੁੰਚੀ ਤੇ ਮੇਰੇ ਪਿਤਾ ਜੀ ਨੇ ਦੱਸਿਆ ਵੀ ਸਤਿਗੁਰੂ ਜੀ ਜੀਵਨ ਨਗਰ ਆਏ ਹੋਏ ਨੇ। ਤੇ ਮੈਨੂੰ ਬੜਾ ਇੱਛਾ ਹੋਈ ਕਿ ਮੈਂ ਪਾਤਸ਼ਾਹ ਜੀ ਨੂੰ ਜਾ ਕੇ ਦਰਸ਼ਨ ਕਰਾਂ ਤੇ ਆਪਣੀ ਪ੍ਰੋਬਲਮ ਦੱਸਾਂ ਕਿ ਅਸੀਂ ਉੱਥੇ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਰਹਿ ਰਹੇ ਹਾਂ। ਤੇ ਮੈਂ ਸਵੇਰੇ ਉੱਠ ਕੇ ਨਾ ਇਸ਼ਨਾਨ ਕਰਕੇ ਆਪਣੇ ਬੱਚੇ ਮੈਂ ਉੱਥੇ ਹੀ ਆਪਣੇ ਮਾਤਾ ਜੀ ਕੋਲ ਛੱਡੇ ਤੇ ਮੈਂ ਜੀਵਨ ਨਗਰ ਚਲੀ ਗਈ। ਜੀਵਨ ਨਗਰ ਉੱਥੋਂ ਬੱਸ ਅੱਡੇ ਤੋਂ ਉਤਰ ਕੇ ਤੇ ਸ਼ਾਇਦ 2 ਕਿਲੋਮੀਟਰ 1.5 2 ਕਿਲੋਮੀਟਰ ਤੁਰ ਕੇ ਕੋਠੀ ਜਾਣਾ ਹੁੰਦਾ ਸੀ। ਜਦੋਂ ਮੈਂ ਉੱਥੇ ਕੋਠੀ ਪਹੁੰਚੀ ਤੇ ਮੈਂ ਪੁੱਛਿਆ ਤੇ ਉੱਥੇ ਸਤਿਗੁਰੂ ਜੀ ਜਾ ਚੁੱਕੇ ਸੀ। ਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ। ਮੈਂ ਕਿਹਾ ਸੱਚੇ ਪਾਤਸ਼ਾਹ ਜਿਹਨੂੰ 1-2 ਬੰਦਿਆਂ ਨੂੰ ਪੁੱਛਿਆ, ਕਹਿੰਦੇ ਸੱਚ ਪਾਤਸ਼ਾਹ ਚਲੇ ਗਏ ਆ, ਦਿੱਲੀ ਚਲੇ ਗਏ ਨੇ ਸੱਚੇ ਪਾਤਸ਼ਾਹ ਜੀ। ਤੇ ਮੇਰਾ ਜੀ ਕਰੇ ਮੈਂ ਉੱਚੀ ਉੱਚੀ ਰੋਵਾਂ ਵੀ ਤੁਸੀਂ ਮੈਨੂੰ ਦਰਸ਼ਨ ਦਿੱਤੇ ਬਿਨਾਂ ਹੀ ਚਲੇ ਗਏ। ਮੈਂ ਤਾਂ ਇੰਨੀ ਦੂਰੋਂ ਆਈ ਹਾਂ ਤੇ ਤੁਸੀਂ ਚਲੇ ਗਏ ਹੋ। ਮੈਨੂੰ ਨਾ ਯਕੀਨ ਨਾ ਆਵੇ। 2-3 ਜਣਿਆਂ ਦੱਸ ਦਿੱਤਾ ਵੀ ਸਵੇਰੇ ਆਸਾ ਦੀ ਸੱਚ ਪਾਤਸ਼ਾਹ, ਕੋਈ ਤਾਂ ਕਵੇ ਕੱਲ ਸ਼ਾਮੀ ਚਲੇ ਗਏ ਨੇ ਤੇ ਕੋਈ ਆਖੇ ਸਵੇਰੇ ਗਏ ਨੇ। ਫਿਰ ਵੀ ਮੈਂ ਕਈਆਂ ਨੂੰ ਪੁੱਛਦੀ ਫਿਰੀ ਪਰ ਸਾਰਿਆਂ ਨੇ ਇਹੀ ਦੱਸਿਆ ਕਿ ਸਤਿਗੁਰੂ ਜੀ ਚਲੇ ਗਏ ਨੇ। ਤੇ ਮੇਰੇ ਦਾਦੀ ਜੀ ਵੀ ਜੀਵਨ ਨਗਰ ਰਹਿੰਦੇ ਸੀ, ਉਹਨਾਂ ਦਾ ਘਰ ਸੀ ਪਿੰਡ ਵਿੱਚ। ਤੇ ਮੈਂ ਉੱਥੋਂ ਤੁਰਦੀ ਨਾ ਦਾਦੀ ਕੋਲ ਚਲੀ ਗਈ ਤੇ ਉਹ ਕਹਿੰਦੇ ਕਿਵੇਂ ਆਈ ਹੈ। ਮੈਂ ਦੱਸਿਆ, ਮੈਂ ਕਿਹਾ ਸੱਚ ਪਾਤਸ਼ਾਹ ਚਲੇ ਗਏ ਤੇ ਮੇਰਾ ਮਨ ਬਹੁਤ ਖਰਾਬ ਹੈ। ਕਹਿੰਦੇ ਹਾਂ ਸਤਿਗੁਰੂ ਜੀ ਤੇ ਚਲੇ ਗਏ ਨੇ। ਉੱਥੋਂ ਫਿਰ ਮੈਂ ਮਨ ਖਰਾਬ ਸੀ ਤੇ ਉੱਥੋਂ ਉੱਠ ਕੇ ਫਿਰ ਮੈਂ ਤੁਰ ਪਈ ਜੀਵਨ ਨਗਰ ਅੱਡੇ। ਉੱਥੇ 2 ਰੋਡ ਲੱਗਦੀਆਂ ਨੇ, ਇੱਕ ਐਲਨਾਬਾਦ ਜਾਂਦੀ ਤੇ ਇੱਕ ਇੱਧਰ। ਤੇ ਮੈਂ ਬੱਸ ਅੱਡੇ ਵੱਲ ਨਹੀਂ ਆਈ, ਜਿਹੜੀ ਐਲਨਾਬਾਦ ਵੱਲ ਰੋਡ ਜਾਂਦੀ ਹੈ ਮੈਂ ਉੱਧਰ ਨੂੰ ਚਲੀ ਗਈ ਤੇ ਮੈਂ ਉੱਤੋਂ ਦੀ ਜਾਂਦੀ ਹਾਂ। ਤੇ ਮੈਂ ਤੁਰੀ ਜਾਂਦੀ ਹਾਂ ਤੇ ਨਾਲੇ ਰੋ ਰਹੀ ਹਾਂ, ਅੱਖਾਂ ਪੂੰਝਦੀ ਜਾਂਦੀ ਹਾਂ ਤੇ ਰੋਈ ਜਾਂਦੀ ਹਾਂ ਕਿ ਸੱਚ ਪਾਤਸ਼ਾਹ ਤੁਸੀਂ ਮੈਨੂੰ ਬਿਨਾਂ ਦਰਸ਼ਨ ਦਿੱਤੇ ਹੀ ਚਲੇ ਗਏ ਹੋ। ਇਸ ਤਰ੍ਹਾਂ ਜਦੋਂ ਦੀ ਮੈਂ ਮਤਲਬ ਪਹੁੰਚੀ ਸੀ ਮੈਨੂੰ ਘੰਟਾ ਡੇਢ ਹੋ ਗਿਆ ਸੀ ਜੀਵਨ ਨਗਰ 'ਚ ਫਿਰਦੀ ਨੂੰ। ਤੇ ਜਦੋਂ ਮੈਂ ਉਹ ਰੋਡ ਦੇ ਉੱਤੇ ਚੜ੍ਹੀ, ਜਿਹੜੀ ਉੱਧਰੋਂ ਮਸਤਾਨਗੜ੍ਹ ਵਾਲੀ ਰੋਡ ਆਉਂਦੀ ਹੈ ਤੇ ਐਲਨਾਬਾਦ ਜਾਂਦੀ ਹੈ। ਤੇ ਇੱਕ ਮੁੰਡਾ ਨਾਮਧਾਰੀ ਵਿਦਿਆਲੇ 'ਚ ਸ੍ਰੀ ਗੁਰੂ ਹਰੀ ਸਿੰਘ ਮਹਾਰਾਜ ਵਿਦਿਆਲਿਆ ਉੱਥੋਂ ਮੁੰਡਾ ਪੜ੍ਹ ਕੇ ਆਉਂਦਾ ਸੀ ਜਾਂ ਉਹ ਨਾਮਧਾਰੀ ਕੱਪੜਿਆਂ 'ਚ ਸੀ। ਤੇ ਮੈਂ ਉਹਨੂੰ ਐਵੇਂ ਹੀ ਪੁੱਛ ਲਿਆ, ਮੈਂ ਕਾਕਾ ਸੱਚੇ ਪਾਤਸ਼ਾਹ ਕਿੱਥੇ ਨੇ? ਕਹਿੰਦਾ ਸੱਚੇ ਪਾਤਸ਼ਾਹ ਹੁਣੇ ਗਏ ਮਸਤਾਨਗੜ੍ਹ। ਮੈਂ ਕਿਹਾ ਤੈਨੂੰ ਪੱਕਾ ਪਤਾ? ਕਹਿੰਦਾ ਹਾਂ ਮੈਂ ਹੁਣੇ ਵੇਖਿਆ ਸਤਿਗੁਰੂ ਜੀ ਮਸਤਾਨਗੜ੍ਹ ਗਏ ਨੇ। ਮੈਂ ਕਿਹਾ ਅੱਛਾ। ਮੈਂ ਉੱਥੋਂ ਦੀ ਮੁੜ ਕੇ ਤੇ ਸੜਕ ਪੈ ਗਈ, ਤੁਰੀ ਜਾਂਦੀ ਹਾਂ ਤੇ ਰੋਈ ਜਾਂਦੀ ਹਾਂ। ਤੇ ਮੈਨੂੰ ਲੱਗਿਆ ਕਿ ਇਹ ਬੱਚੇ ਨੂੰ ਨਹੀਂ ਪਤਾ ਹੋਣਾ, ਜਦੋਂ ਇੰਨੇ ਵੱਡੇ ਲੋਕ ਸਾਰੇ ਜਣੇ ਕਹਿ ਰਹੇ ਨੇ ਕਿ ਸਤਿਗੁਰੂ ਜੀ ਚਲੇ ਗਏ ਨੇ ਤੇ ਇਹਦਾ ਮਤਲਬ ਚਲੇ ਹੀ ਗਏ ਨੇ। ਉਹ ਮਸਤਾਨਗੜ੍ਹ ਵਾਲੀ ਰੋਡ ਦੇ ਉਹਨੂੰ ਕ੍ਰੋਸ ਕਰਕੇ ਨਾ ਮੈਂ ਸਿੱਧੀ ਜੀਵਨ ਨਗਰ ਅੱਡੇ 'ਤੇ ਤੁਰੀ ਜਾਂਦੀ ਹਾਂ ਵਾਪਸ ਘਰ ਜਾਣ ਵਾਸਤੇ। ਤੇ ਮੇਰੇ ਬਰਾਬਰ ਆ ਕੇ ਸਤਿਗੁਰੂ ਜੀ ਦੀ ਗੱਡੀ ਖਲੋ ਗਈ ਤੇ ਗੁਰਮੁਖ ਡਰਾਈਵਰ ਨੇ ਸ਼ੀਸ਼ਾ ਲਾਇਆ ਤੇ ਕਹਿੰਦਾ ਬੀਬੀ ਕਿੱਥੇ ਜਾਣਾ ਹੈ? ਗੁਰਮੁਖ ਡਰਾਈਵਰ ਇਕੱਲੇ ਹੀ ਸੀ ਵਿੱਚ, ਸੱਚ ਪਾਤਸ਼ਾਹ ਨਹੀਂ ਸੀ ਹੈਗੇ। ਤੇ ਮੈਂ ਕਿਹਾ ਜੀ ਮੈਂ ਤੇ ਨਾ ਪਾਤਸ਼ਾਹ ਹੀ ਦਰਸ਼ਨ ਕਰਨ ਆਈ ਸੀ। ਤੇ ਕਹਿੰਦਾ ਗੱਡੀ 'ਚ ਬਹਿ ਜਾਓ, ਮੈਂ ਤੇਲ ਪਾਉਣ ਆਇਆ ਵਾਂ ਪੰਪ ਤੋਂ ਤੇ ਮੈਂ ਮਸਤਾਨਗੜ੍ਹ ਜਾਣਾ ਤੇ ਸੱਚ ਪਾਤਸ਼ਾਹ ਮਸਤਾਨਗੜ੍ਹ ਨੇ। ਮੈਂ ਗੱਡੀ 'ਚ ਬਹਿ ਗਈ ਤੇ ਮੈਂ ਕਿਹਾ ਮੈਨੂੰ ਤਾਂ ਜੀਵਨ ਨਗਰ ਸਾਰਿਆਂ ਨੇ ਆਖਿਆ ਵੀ ਸਤਿਗੁਰੂ ਜੀ ਚਲੇ ਗਏ ਨੇ ਇੱਥੋਂ। ਤੇ ਕਹਿੰਦਾ ਹਾਂ ਸੱਚ ਪਾਤਸ਼ਾਹ ਚਲੇ ਗਏ ਸੀ। ਸਵੇਰੇ ਭੰਨਿਆਰੀ ਆਸਾ ਦੀ ਵਾਰ ਸੀ ਤੇ ਆਸਾ ਦੀ ਵਾਰ ਤੋਂ ਬਾਅਦ ਸੱਚ ਪਾਤਸ਼ਾਹ ਨੇ ਦਿੱਲੀ ਜਾਣਾ ਸੀ ਤੇ ਸੱਚ ਪਾਤਸ਼ਾਹ ਬਾਕੀ ਸਾਰਿਆਂ ਨੂੰ ਦਿੱਲੀ ਭੇਜ ਦਿੱਤਾ ਹੈ। ਤੇ ਪਤਾ ਨਹੀਂ ਸਤਿਗੁਰੂ ਜੀ ਦੀ ਕੀ ਰਜਾਏ। ਸੱਚ ਪਾਤਸ਼ਾਹ ਕਹਿੰਦੇ ਮਸਤਾਨਗੜ੍ਹ ਕੱਲੀ ਗੱਡੀ ਸਤਿਗੁਰੂ ਜੀ ਦੀ ਆਈ ਸੀ ਮਸਤਾਨਗੜ੍ਹ, ਸਿਰਫ ਕੱਲੀ ਗੱਡੀ, ਬਾਕੀ ਸਾਰਿਆਂ ਨੂੰ ਦਿੱਲੀ ਭੇਜ ਦਿੱਤਾ ਸੀ। ਤੇ ਮੈਨੂੰ ਸੱਚ ਪਾਤਸ਼ਾਹ ਨੇ ਉਹ ਗੱਡੀ ਭੇਜ ਦਿੱਤੀ ਵੀ ਉਹ ਰੋਂਦੀ ਜਾਂਦੀ ਉਹਨੂੰ ਲੈ ਕੇ ਆਓ। ਤੇ ਮੈਂ ਬਹਿ ਗਈ, ਉਹਨਾਂ ਨੇ ਤੇਲ ਪਵਾਇਆ ਤੇ ਮਸਤਾਨਗੜ੍ਹ ਪਹੁੰਚ ਗਏ। ਮਸਤਾਨਗੜ੍ਹ ਪਹੁੰਚ ਗਏ ਤੇ ਮੈਂ ਉੱਥੇ ਖਲੋਤੀ ਤੇ ਸਤਨਾਮ ਸਿੰਘ ਲਾਂਗਰੀ ਹੁੰਦੇ ਸੀ ਉਦੋਂ। ਉਹ ਉੱਤੋਂ ਪੌੜੀਆਂ ਤੋਂ ਉਤਰਦੇ ਆਉਂਦੇ ਆ ਤੇ ਉਹ ਥੱਲੇ ਆਏ ਤੇ ਮੈਂ ਕਿਹਾ ਸਤਿ ਸ਼੍ਰੀ ਅਕਾਲ ਭਾਜੀ। ਮੈਂ ਕਿਹਾ ਮੈਂ ਸੱਚ ਪਾਤਸ਼ਾਹ ਹੀ ਅਰਜ਼ ਕਰਨੀ ਸੀ। ਕਹਿੰਦਾ ਮੈਂ ਹੁਣੇ ਪੁੱਛ ਕੇ ਆਉਣਾ। ਉਸੇ ਉੱਥੋਂ ਹੀ ਵਾਪਸ ਚਲਾ ਗਿਆ ਅੱਧੀਆਂ ਪੌੜੀਆਂ ਤੋਂ ਤੇ ਪੁੱਛ ਕੇ 1 ਮਿੰਟ ਦੇ ਵਿੱਚ ਵਾਪਸ ਆ ਗਿਆ।
ਤੇ ਆ ਕੇ ਮੈਨੂੰ ਉਹਨੇ ਇਸ਼ਾਰਾ ਕੀਤਾ ਵੀ ਆ ਜਾਓ ਉੱਤੇ। ਮੈਂ ਉੱਤੇ ਚਲੀ ਗਈ। ਸਤਿਗੁਰੂ ਜੀ ਇਕੱਲੇ ਕਮਰੇ 'ਚ ਸੀ, ਕੋਈ ਨਹੀਂ ਸੀ ਹੋਰ। ਤੇ ਉਹ ਜਾਲੀ ਵਾਲਾ ਦਰਵਾਜ਼ਾ ਸੀ ਤੇ ਸਤਨਾਮ ਸਿੰਘ ਜੀ ਮੈਨੂੰ ਕਹਿੰਦੇ ਚਲੀ ਜਾ ਅੰਦਰ। ਤੇ ਮੈਂ ਦਰਵਾਜ਼ਾ ਖੋਲ ਕੇ ਜਦੋਂ ਅੰਦਰ ਹੀ ਹੋਈ ਨਾ, ਸਤਿਗੁਰੂ ਜੀ ਕਹਿੰਦੇ ਨੇ ਆਓ ਜੀ। ਉਹ ਮੈਨੂੰ ਦਰਸ਼ਨ ਦੇਣ ਆਏ ਸੀ। ਫਿਰ ਮੈਂ ਆਪਣੀ ਅਰਜ਼ ਕੀਤੀ, ਜੋ ਵੀ ਮੈਨੂੰ ਉੱਥੇ ਅੰਮ੍ਰਿਤਸਰ ਪ੍ਰੋਬਲਮ ਸੀ, ਤੇ ਸੱਚ ਪਾਤਸ਼ਾਹ ਜੀ ਨੇ ਮੇਰੀ ਗੱਲ ਸੁਣੀ। ਤੇ ਉਸੇ ਵੇਲੇ ਸਤਿਗੁਰੂ ਜੀ, ਮੈਂ ਥੱਲੇ ਉਤਰੀ ਹਾਂ ਤੇ ਗੱਡੀਆਂ ਤਿਆਰ ਹੋ ਗਈਆਂ ਸੱਚ ਪਾਤਸ਼ਾਹ ਦਿੱਲੀ ਜਾਣ ਵਾਸਤੇ। ਤੇ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਮੇਰੇ ਅੰਦਰ ਦੀ ਭਾਵਨਾ ਨੂੰ ਖਿੱਚ ਕੇ ਤੇ ਪਨਿਆਰੀ ਤੋਂ ਮਸਤਾਨਗੜ੍ਹ ਆਏ ਮੈਨੂੰ ਦਰਸ਼ਨ ਦੇਣ ਵਾਸਤੇ। ਤੇ ਇੱਕ ਹੋਰ ਸਾਖੀ ਟਾਈਮ ਹੈਗਾ ਤੇ ਮੈਂ ਇੱਕ ਹੋਰ ਸੁਣਾ ਦਿਆਂ। ਅੰਮ੍ਰਿਤਸਰ ਹੀ ਅਸੀਂ ਉਦੋਂ ਰਹਿੰਦੇ ਸੀ, ਸਾਡੇ ਕੋਲ ਘਰ ਘੁਰ ਕੁਛ ਨਹੀਂ ਸੀ ਹੈਗਾ। ਮੇਰੇ ਹਸਬੈਂਡ ਜੀ 13 ਸਾਲ ਦੇ ਸੀ ਜਦੋਂ ਦੇ ਸਤਿਗੁਰੂ ਜੀ ਕੋਲ ਆਏ ਹੋਏ। ਤੇ ਗੁਰਦੁਆਰੇ ਸੇਵਾ ਸੀ ਇਹਨਾਂ ਦੀ। ਅਸੀਂ ਥੋੜ੍ਹੇ ਜਿਹੇ ਪੈਸੇ ਜੋੜੇ ਤੇ ਅਸੀਂ ਸੋਚਦੇ ਸੀ ਕੋਈ ਜਗ੍ਹਾ ਲੈ ਲਈਏ। ਤੇ ਸਾਨੂੰ ਸਮਝ ਨਾ ਆਏ ਕੀ ਕਰੀਏ, ਕਿੱਥੇ ਲਈਏ, ਅੰਮ੍ਰਿਤਸਰ ਲਈਏ ਕਿ ਅਸੀਂ ਆਪਣੇ ਸਰਸੇ ਇਲਾਕੇ 'ਚ ਲਈਏ, ਕਿੱਧਰ ਲਈਏ। ਸਤਿਗੁਰੂ ਜਗਜੀਤ ਸਿੰਘ ਜੀ ਨੇ ਮੈਨੂੰ ਸੁਪਨੇ 'ਚ ਦਰਸ਼ਨ ਦਿੱਤੇ ਤੇ ਮੈਨੂੰ ਕਹਿੰਦੇ ਨੇ ਮੈਂ ਤੈਨੂੰ ਦਿੱਲੀ ਸ਼ਹਿਰ 'ਚ ਫਸਟ ਕਲਾਸ ਜਗ੍ਹਾ ਬਣਾ ਕੇ ਦਿਆਂਗਾ, ਤੂੰ ਮੈਨੂੰ 25 ਰੁਪਏ ਮਹੀਨੇ ਤੇ ਦਿਆ ਕਰ। ਤੇ ਮੈਂ ਉਹ 25 ਰੁਪਏ ਨਾ ਹਰ ਮਹੀਨੇ ਜਦੋਂ ਵੀ ਇਕੱਠੇ ਵੱਖਰੇ ਰੱਖ ਲੈਣੇ, ਜਦੋਂ ਸਤਿਗੁਰੂ ਜੀ ਦੇ ਦਰਸ਼ਨ ਹੋਣੇ ਤੇ ਮੈਂ ਮੱਥਾ ਟੇਕਦੇ ਨੇ। ਤੇ 4-5 ਮਹੀਨਿਆਂ ਬਾਅਦ ਨਾ ਸਾਨੂੰ ਉੱਥੇ ਸਰਸੇ ਇਲਾਕੇ ਵਿੱਚ ਜਗ੍ਹਾ ਮਿਲ ਗਈ, ਰਾਣੀਆਂ ਕਸਬਾ ਉੱਥੇ ਇੱਕ ਬੜੀ ਵਧੀਆ ਰੋਡ ਦੇ ਉੱਤੇ ਜਗ੍ਹਾ ਮਿਲ ਗਈ। ਚਲੋ ਇੱਧਰੋਂ ਅਸੀਂ 87 ਵਿੱਚ ਅੰਮ੍ਰਿਤਸਰ ਛੱਡ ਕੇ ਤੇ ਅਸੀਂ ਰਾਣੀਆਂ ਚਲੇ ਗਏ ਤੇ ਅਸੀਂ ਉੱਥੇ ਆਪਣਾ ਘਰ ਬਣਾ ਲਿਆ। ਤੇ ਮੈਨੂੰ ਲੱਗਿਆ ਕਿ ਜਿਹੜਾ ਸਤਿਗੁਰੂ ਜੀ ਨੇ ਦਰਸ਼ਨ ਦਿੱਤੇ ਸੀ ਨਾ, ਉਹ ਸੁਪਨਾ ਪੂਰਾ ਹੋ ਗਿਆ। ਰੋਡ ਦੇ ਉੱਤੇ 4 ਦੁਕਾਨਾਂ ਬਣ ਗਈਆਂ ਨੇ, ਘਰ ਬਣ ਗਿਆ ਤੇ ਦਿੱਲੀ ਸ਼ਹਿਰ ਨਾਲੋਂ ਕਿਹੜਾ ਘੱਟ ਹੈ। ਵੀ ਉਹਨਾਂ ਨੇ ਮੈਨੂੰ ਕਿਹਾ ਸੀ ਦਿੱਲੀ ਸ਼ਹਿਰ 'ਚ ਤੈਨੂੰ ਫਸਟ ਕਲਾਸ ਥਾਂ ਬਣਾ ਕੇ ਦਿਆਂਗਾ। ਤੇ ਮੈਂ ਉਹ 25 ਰੁਪਏ ਹਰ ਮਹੀਨੇ ਦਿੰਦੀ ਰਹੀ, ਪਾਤਸ਼ਾਹ ਜੀ ਮੱਥਾ ਟੇਕਦੀ ਰਹੀ। ਤੇ 92 ਦੇ ਵਿੱਚ ਸਾਡੇ ਦਾਦੀ ਜੀ ਗੁਜਰੇ ਤੇ ਉਹਨਾਂ ਦਾ ਭੋਗ ਸੀ ਉੱਥੇ ਹੀ ਰਾਣੀਆਂ। ਤੇ ਸਤਿਗੁਰੂ ਜੀ ਨੇ ਇਹਨਾਂ ਨੂੰ ਹੁਕਮ ਕਰ ਦਿੱਤਾ ਵੀ ਤੂੰ ਹੁਣ ਦਿੱਲੀ ਧਰਮਸ਼ਾਲਾ ਦੀ ਸੇਵਾ ਜਾ ਕੇ ਸੰਭਾਲ। ਤੇ ਇਹ ਦਿੱਲੀ ਆ ਗਏ। ਉਦੋਂ ਤੱਕ ਮੈਨੂੰ ਕੋਈ ਇੱਛਾ ਹੀ ਨਹੀਂ ਸੀ ਹੈਗੀ ਕਿ ਮੈਂ ਕਿਤੇ, ਮਤਲਬ ਸਤਿਗੁਰੂ ਜੀ ਨੇ ਮੈਨੂੰ ਸੁਪਨੇ 'ਚ ਕਿਹਾ ਸੀ ਤੇ ਅਸੀਂ ਕਦੀ ਦਿੱਲੀ ਜਾਵਾਂਗੇ, ਬਿਲਕੁਲ ਭੁੱਲ ਗਈ ਸੀ ਸਾਰਾ ਕੁਝ। ਤੇ ਇਹ ਦਿੱਲੀ ਆ ਗਏ ਤੇ 10-15 ਦਿਨਾਂ ਬਾਅਦ ਦਿੱਲੀੋਂ ਵਾਪਸ ਆਏ। ਤੇ ਸਾਡਾ ਇਹੀ ਡਿਸੀਜਨ ਸੀ ਕਿ ਇਹ ਇਕੱਲੇ ਰਹਿਣਗੇ ਕਿਉਂਕਿ ਬੱਚੇ ਉੱਥੇ ਪੜ੍ਹਦੇ ਨੇ ਤੇ ਕਦੀ ਕਦੀ ਆ ਜਾਇਆ ਕਰਨਗੇ ਉੱਥੇ। ਇਹ 15 ਦਿਨਾਂ ਬਾਅਦ ਵਾਪਸ ਆ ਗਏ, ਕਹਿੰਦੇ ਮੇਰਾ ਤੇ ਉੱਥੇ ਦਿਲ ਨਹੀਂ ਲੱਗਦਾ ਇਕੱਲੇ ਦਾ, ਤੇ ਤੁਸੀਂ ਸਾਰੇ ਚੱਲੋ। ਚਲੋ ਮੈਂ ਮਨਾ ਕੀਤਾ ਪਰ ਇਹ ਕਹਿੰਦੇ ਨਹੀਂ ਜਾਣਾ ਹੈ। ਮੈਂ ਆਖਿਆ ਵੀ ਮੈਂ ਮਸਾਂ ਘਰ ਬਣਿਆ ਤੇ ਹੁਣ ਮੈਨੂੰ ਫਿਰ ਗੁਰਦੁਆਰੇ ਜਾ ਕੇ ਰਹਿਣਾ ਪਏਗਾ। ਕਹਿੰਦੇ ਨਹੀਂ ਆਪਾਂ ਉੱਥੇ ਆਪਣਾ ਘਰ ਬਣਾ ਲਾਂਗੇ।